ਪਿਰ ਰਲਿਆ ਰਸ ਮਾਨਸੀ ਸਾਜ ਸ਼ਬਦ ਸੁਖ ਨੇਹ। ਜਦੋਂ ਸੱਚੇ ਸ਼ਬਦ ਦੇ ਨਾਲ ਇਹ ਨੇਹ ਪ੍ਰੇਮ ਕਰਦੀ ਹੈ ਤੇ ਫਿਰ ਹੀ ਪਿਰ ਰਲਿਆ ਰਸ ਮਾਨਸੀ, ਰਸ ਪ੍ਰੇਮ ਦੇ ਨਾਲ ਉਸ ਪਤੀ ਪਰਮੇਸ਼ਰ ਦੀਆਂ ਰਲੀਆਂ ਖੁਸ਼ੀਆਂ ਨੂੰ ਮਾਣਦੀ ਹੈ ਤੇ ਇਸ ਨੂੰ ਸੁਹਾਗ ਦਾ ਸੁਖ ਵੀ ਪ੍ਰਾਪਤ ਹੋ ਜਾਂਦਾ ਹੈ। ਗੁਣਾ ਤੋਂ ਹੀਣੀ ਇਸਤਰੀ ਨੂੰ ਜਿਵੇਂ ਸਹੁਰੇ ਘਰ ਦੇ ਵਿੱਚ ਜਾ ਕੇ ਸੁਖ ਨਹੀਂ ਮਿਲਦਾ, ਤੇ ਜਿਹੜੀ ਸੱਚੇ ਸ਼ਬਦ ਨਾਲ ਗੁਰੂ ਦੇ ਸੱਚੇ ਉਪਦੇਸ਼ ਨਾਲ ਪ੍ਰੇਮ ਕਰਦੀ ਹੈ ਤੇ ਫਿਰ ਉਹੀ ਉਸ ਪਤੀ ਪਰਮੇਸ਼ਰ ਦੇ ਆਨੰਦ ਨੂੰ ਮਾਣਦੀ ਹੈ, ਖੁਸ਼ੀਆਂ ਨੂੰ ਮਾਣਦੀ ਹੈ ਤੇ ਨਾਲ ਉਸ ਨੂੰ ਸदैवी ਸੁਖ ਵੀ ਪ੍ਰਾਪਤ ਹੋ ਜਾਂਦਾ ਹੈ। ਹੁਣ ਆਰੰਭ ਤੋਂ ਧੰਨ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਫਰਮਾਉਂਦੇ ਹਨ, ਮਨ ਝੂਠਾ ਤਨ ਝੂਠ ਹੈ, ਜਿਹਵਾ ਝੂਠੀ ਹੋਏ। ਇੱਕ ਬਈ ਸਾਡੇ ਮਨ ਦੇ ਵਿੱਚ ਝੂਠ ਹੈ। ਜਿਹੜੀ ਮਨ ਦੇ ਵਿੱਚ ਝੂਠ ਕਿਹੜੀ ਹੈ? ਉਹ ਹੈ ਵਿਕਾਰਾਂ ਦੀ। ਧੰਨ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਨੇ ਸ੍ਰੀ ਆਸਾ ਜੀ ਦੀ ਵਾਰ ਦੇ ਵਿੱਚ ਲਿਖਿਆ ਹੈ, ਮਨ ਕਾ ਸੂਤਕ ਲੋਭ ਹੈ, ਜਿਹਵਾ ਸੂਤਕ ਕੂੜ, ਅੱਖੀ ਸੂਤਕ ਵੇਖਣਾ ਪਰ ਤੇਰੇ ਪਰ ਤਨ ਰੂਪ। ਇਹ ਜਿਹੜੇ ਸਾਡੇ ਅੰਦਰ ਜਿਹੜੀ ਝੂਠ ਹੈ ਨਾ, ਅਪਵਿੱਤਰਤਾ ਹੈ, ਉਹ ਹੈ ਲੋਭ ਦੀ। ਮਨ ਕਾ ਸੂਤਕ ਲੋਭ ਹੈ, ਮਨ ਝੂਠਾ ਹੈ। ਇਹ ਮਨ ਪਾਏ ਲੋਭ ਕਰਕੇ ਝੂਠਾ ਹੈ। ਹੋਰ ਵੀ ਇਹਦੇ ਵਿੱਚ ਵਿਕਾਰ ਨੇ। ਮਨ ਝੂਠਾ ਹੈ, ਇੱਕ ਮਨ ਦੇ ਵਿੱਚ ਝੂਠ ਹੈ ਵਿਕਾਰਾਂ ਦੀ, ਲੋਭ ਦੀ। ਤਨ ਝੂਠ ਹੈ ਤੇ ਫਿਰ ਸਾਡੇ ਸਰੀਰ ਵਿੱਚ ਵੀ ਪਾਈ ਉਹ ਝੂਠ ਆ ਜਾਂਦੀ ਹੈ। ਇੱਕ ਝੂਠ ਸਾਡੇ ਮਨ ਦੇ ਅੰਦਰ ਹੈ, ਦੂਸਰੀ ਝੂਠ ਗੰਦਗੀ ਸਾਡੇ ਸਰੀਰ ਵਿੱਚ ਵੀ ਹੈ। ਤੇ ਜਿਹਵਾ ਝੂਠੀ ਹੋਏ, ਧੰਨ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਇਸੇ ਕਾਰਨ ਜਦੋਂ ਸਾਡੇ ਮਨ ਦੇ ਵਿੱਚ ਵੀ ਝੂਠ ਲੱਗੀ ਹੋਈ ਹੈ ਤੇ ਸਾਡੇ ਤਨ ਨੂੰ ਵੀ ਝੂਠ ਲੱਗੀ ਹੋਈ ਹੈ, ਇਸ ਕਾਰਨ ਜਿਹਵਾ ਝੂਠੀ ਹੋਏ, ਸਾਡੀ ਜਿਹੜੀ ਜਿਹਵਾ ਜ਼ੁਬਾਨ ਹੈ ਇਹ ਵੀ ਝੂਠੀ ਹੋ ਜਾਂਦੀ ਹੈ। ਇਹਦਾ ਮਤਲਬ ਇਹ ਹੈ, ਸਾਡਾ ਮਨ ਵੀ ਝੂਠਾ ਹੈ, ਸਾਡਾ ਤਨ ਵੀ ਝੂਠਾ ਹੈ ਤੇ ਸਾਡੀ ਰਸਨਾ ਵੀ ਝੂਠੀ ਹੋਈ ਹੈ। ਕਿਉਂਕਿ ਸਾਡੀ ਰਸਨਾ ਵੀ ਹਰ ਵੇਲੇ ਝੂਠੀ ਹੀ ਰਹਿੰਦੀ ਹੈ ਤੇ ਸਾਡਾ ਤਨ ਵੀ ਗੰਦਗੀ ਦੇ ਕਾਰਨ ਝੂਠਾ ਹੀ ਰਹਿੰਦਾ ਹੈ ਤੇ ਮਨ ਦੇ ਵਿੱਚ ਲੋਭ ਆਦਿਕ ਵਿਕਾਰ ਨੇ, ਉਹ ਵੀ ਝੂਠਾ ਹੀ ਰਹਿੰਦਾ ਹੈ। ਮੁਖ ਝੂਠੇ ਝੂਠ ਬੋਲਣਾ, ਕਿਉਂ ਕਰ ਸੂਚਾ ਹੋਏ। ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਕਹਿੰਦੇ, ਭਾਈ ਇੱਕ ਝੂਠ ਹੈ ਜਿਹਦੇ ਨਾਲ ਸਾਡਾ ਤਨ ਵੀ ਤੇ ਮਨ ਵੀ ਤੇ ਰਸਨਾ ਝੂਠੀ ਹੋਈ ਹੈ, ਤੇ ਦੂਸਰੇ ਪਾਸੇ ਭਾਈ ਇੱਕ ਝੂਠ ਵੀ ਹੈ। ਝੂਠ ਤੇ ਝੂਠ ਦੋ ਚੀਜ਼ਾਂ ਨੇ। ਮੁਖ ਝੂਠਾ ਹੈ, ਝੂਠ ਬੋਲਣਾ। ਹਜ਼ੂਰ ਕਹਿੰਦੇ, ਭਾਈ ਅਸੀਂ ਮੁਖ ਤੋਂ ਝੂਠ ਬੋਲਦੇ ਹਾਂ, ਇਸ ਕਰਕੇ ਮੁਖ ਝੂਠਾ ਹੈ। ਇਹ ਸਾਡਾ ਮੁਖ ਝੂਠ ਦੇ ਨਾਲ ਭਰਿਆ ਹੋਇਆ ਹੈ। ਝੂਠ ਵੀ ਤਾਂ ਇੱਕ ਝੂਠ ਹੀ ਹੈ। ਮੁਖ ਝੂਠਾ ਹੈ, ਝੂਠ ਬੋਲਣਾ। ਝੂਠ ਬੋਲਣ ਕਰਕੇ ਸਾਡਾ ਮੁਖ ਵੀ ਝੂਠ ਦੇ ਨਾਲ ਝੂਠਾ ਹੋਇਆ ਹੈ। ਕਿਉਂ ਕਰ ਸੂਚਾ ਹੋਏ। ਹੁਣ ਇਹ ਸਵਾਲ ਹੈ ਜਗਿਆਸੂ ਵੱਲੋਂ, ਤੇ ਮਹਾਰਾਜ ਇਹ ਜਿਹੜਾ ਸਾਡਾ ਮੁਖ ਹੈ, ਸਾਡਾ ਤਨ ਹੈ ਤੇ ਸਾਡਾ ਮਨ ਹੈ, ਇਹ ਕਿਵੇਂ ਸੁੱਚਾ ਹੋ ਸਕਦਾ? ਹੁਣ ਇਹਦਾ ਉੱਤਰ ਧੰਨ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਅੱਗੇ ਫਰਮਾਉਂਦੇ ਹਨ, ਬਿਨ ਆਭ ਸ਼ਬਦ ਨਾ ਮਾਂਜੀਐ, ਸਾਚੇ ਤੇ ਸੱਚ ਹੋਏ। ਧੰਨ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਭਾਈ ਜੇ ਤੁਸੀਂ ਆਭ ਦਾ ਅਰਥ ਹੈ ਹਿਰਦਾ, ਕਿਉਂਕਿ ਸਭ ਤੋਂ ਪਹਿਲਾਂ ਸਾਡੇ ਹਿਰਦੇ ਵਿੱਚ ਝੂਠ ਲੱਗੀ ਹੋਈ ਹੈ। ਹਜ਼ੂਰ ਕਹਿੰਦੇ, ਬਿਨ ਅਬ ਸ਼ਬਦ ਨਾ ਮਾਂਜੀ ਹੈ। ਆ ਜਿਹੜਾ ਗੁਰੂ ਦਾ ਸ਼ਬਦ ਹੈ ਨਾ, ਗੁਰੂ ਦਾ ਉਪਦੇਸ਼ ਹੈ, ਇਹ ਤੋਂ ਬਿਨਾਂ ਅਸੀਂ ਆਪਣੇ ਹਿਰਦੇ ਨੂੰ ਮਾਂਜ ਨਹੀਂ ਸਕਦੇ, ਕਿਉਂਕਿ ਭਾਂਡਾ ਮਾਂਜ ਕੇ ਸੁੱਚਾ ਹੁੰਦਾ ਹੈ ਨਾ। ਇਸੇ ਤਰ੍ਹਾਂ ਜਿਹੜਾ ਸਾਡਾ ਹਿਰਦੇ ਦਾ ਭਾਂਡਾ ਹੈ, ਜਿਹੜਾ ਵਿਕਾਰਾਂ ਦੀ ਝੂਠ ਦੇ ਨਾਲ ਝੂਠਾ ਹੋਇਆ, ਅਪਵਿੱਤਰ ਹੋਇਆ ਹੈ, ਇਸ ਨੂੰ ਨਾਮ ਬਾਣੀ ਦੇ ਅਭਿਆਸ ਦੇ ਨਾਲ ਹੀ ਮਾਂਜਿਆ ਜਾ ਸਕਦਾ ਹੈ। ਬਿਨ ਅਬ ਸ਼ਬਦ ਨਾ ਮਾਂਜੀਏ। ਬਿਨਾਂ ਨਾਮ ਬਾਣੀ ਦੇ ਅਭਿਆਸ ਤੋਂ ਆਪਣੇ ਹਿਰਦੇ ਨੂੰ ਮਾਂਜਿਆ ਨਹੀਂ ਜਾ ਸਕਦਾ। ਸਾਚੇ ਤੇ ਸੱਚ ਹੋਏ। ਹਜ਼ੂਰ ਕਹਿੰਦੇ, ਸੱਚੇ ਨਾਮ ਦੇ ਨਾਲ ਹੀ ਸੱਚ ਹੋਏ, ਸੱਚ ਪ੍ਰਾਪਤ ਹੁੰਦਾ ਹੈ। ਸੱਚ ਕੀ ਹੈ? ਵਾਹਿਗੁਰੂ। ਸੱਚੇ ਨਾਮ ਦੀ ਕਮਾਈ ਕਰਕੇ ਹੀ ਸੱਚ ਸਰੂਪ ਵਾਹਿਗੁਰੂ ਪ੍ਰਾਪਤ ਹੁੰਦਾ ਹੈ। ਇੱਥੇ ਧੰਨ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਨੇ ਝੂਠ ਤੇ ਝੂਠ ਦੀ ਗੱਲ ਲਿਖੀ ਹੈ,
ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਦੇ ਇਤਿਹਾਸ ਵਿੱਚ ਵੀ ਇੱਕ ਗਾਥਾ ਆਉਂਦੀ ਹੈ। ਕਲਗੀਧਰ ਪਾਤਸ਼ਾਹ ਨੇ ਇੱਕ ਵਾਰੀ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਨੇ ਆਖਿਆ ਸੀ, ਖਾਲਸਾ ਜੀ, ਝੂਠ ਤੇ ਝੂਠ ਇਹ ਦੋ ਕਲਯੁਗ ਦੇ ਏਲਚੀ ਹਨ। ਜਿੱਥੇ ਵੀ ਝੂਠ ਤੇ ਝੂਠ ਆ ਜਾਂਦਾ ਹੈ ਤੇ ਉੱਥੇ ਫਿਰ ਕਲਯੁਗ ਦਾ ਵਰਤਾਰਾ ਵਰਤਦਾ ਹੈ। ਇਸ ਲਈ ਧੰਨ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਨੇ ਗੁਰਸਿੱਖ ਨੂੰ ਇਹ ਉਪਦੇਸ਼ ਦਿੱਤਾ ਹੈ, ਕਰ ਇਸ਼ਨਾਨ ਸਿਮਰ ਪ੍ਰਭ ਆਪਣਾ, ਮਨ ਤਨ ਪਏ ਅਰੋਗਾ। ਗੁਰਸਿੱਖਾ ਪਹਿਲਾਂ ਇਸ਼ਨਾਨ ਕਰ, ਤੇਰੇ ਤਨ ਦੀ ਝੂਠ ਲੈ ਜਾਵੇ। ਫੇਰ ਤੂੰ ਸਿਮਰਨ ਕਰ, ਬਿਨ ਅਵ ਸ਼ਬਦ ਨਾ ਮਾਂਜੀਏ। ਨਿਤਨੇਮ ਕਰ, ਇਹਦੇ ਨਾਲ ਤੇਰਾ ਹਿਰਦਾ ਵੀ ਸ਼ੁੱਧ ਹੋ ਜਾਵੇ, ਤੇਰੀ ਅੰਦਰਲੀ ਵੀ ਝੂਠ ਲੈ ਜਾਵੇ। ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਕਹਿਣ ਲੱਗੇ, ਝੂਠ ਤੇ ਝੂਠ ਕਲਯੁਗ ਦੇ ਏਲਚੀ ਹਨ। ਹੁਣ ਜਦੋਂ ਅਜੋਕੇ ਸਮੇਂ ਦੇ ਵਿੱਚ ਅਸੀਂ ਦੇਖਦੇ ਹਾਂ, ਸਭ ਥਾਵਾਂ ਤੇ ਝੂਠ ਦਾ ਬੋਲਬਾਲਾ ਹੈ, ਕਿਉਂਕਿ ਸਮਾਂ ਕਲਯੁਗ ਦਾ ਹੈ। ਇਸ ਕਲਯੁਗ ਦੇ ਵਿੱਚ ਝੂਠ ਤੇ ਝੂਠ ਦੋਨੋਂ ਹੀ ਪ੍ਰਧਾਨ ਨੇ। ਕੂੜ ਫਿਰੈ ਪ੍ਰਧਾਨ ਵੇ ਲਾ ਲਓ। ਜਿੱਥੇ ਝੂਠ ਆ ਜਾਂਦੀ ਹੈ ਉੱਥੇ ਝੂਠ ਵੀ ਆਉਂਦਾ ਹੈ। ਜਿੱਥੇ ਝੂਠ ਆ ਜਾਂਦਾ ਹੈ ਉੱਥੇ ਕਲਯੁਗ ਆਉਂਦਾ ਹੈ। ਜਿੱਥੇ ਕਲਯੁਗ ਆ ਜਾਵੇ ਉੱਥੇ ਫਿਰ ਲੜਾਈ, ਝਗੜੇ, ਫਸਾਦ ਸਭ ਕੁਝ ਹੁੰਦਾ ਹੈ। ਇਸੇ ਲਈ ਸਤਿਗੁਰੂ ਕਹਿੰਦੇ ਨੇ, ਭਾਈ ਗੁਰਸਿੱਖਾਂ ਨੂੰ ਝੂਠ ਤੇ ਝੂਠ ਤੋਂ ਬਚ ਕੇ ਰਹਿਣਾ ਚਾਹੀਦਾ ਹੈ। ਖਾਸ ਕਰਕੇ ਗੁਰੂ ਮਹਾਰਾਜ ਸੱਚੇ ਪਾਤਸ਼ਾਹ ਨੇ ਗੁਰਸਿੱਖ ਨੂੰ ਇਹ ਬਚਨ ਆਖੇ ਨੇ, ਸੁੱਚ ਹੋਵੇ ਤਾਂ ਸੱਚ ਪਾਈਏ। ਬਈ ਪਹਿਲਾਂ ਸੁੱਚ ਪਵਿੱਤਰਤਾ ਰੱਖੋ। ਜਦੋਂ ਅਸੀਂ ਬਾਹਰਲੀ ਪਵਿੱਤਰਤਾ ਰੱਖਾਂਗੇ ਤੇ ਫਿਰ ਸੱਚ ਦੀ ਪ੍ਰਾਪਤੀ ਹੋਵੇਗੀ। ਹੁਣ ਬਹੁਤ ਸਾਰੇ ਐਸੇ ਵੀ ਮਹਾਂਪੁਰਖ ਹੋਏ ਨੇ ਜਿਨ੍ਹਾਂ ਨੇ ਸੁਚਮ ਦਾ ਬਹੁਤ ਹੀ ਖਿਆਲ ਰੱਖਿਆ, ਹੁਣ ਵੀ ਕਈ ਰੱਖਦੇ ਨੇ। ਜਦੋਂ ਲੰਗਰ ਵਿੱਚ ਜਾਣਾ, ਇਸ਼ਨਾਨ ਕਰਕੇ ਜਾਣਾ। ਜਦੋਂ ਲੰਗਰ ਦੇ ਵਿੱਚ ਭੋਜਨ ਤਿਆਰ ਕਰਨਾ ਹੈ ਤੇ ਭਾਂਡੇ ਮਾਂਜ ਕੇ, ਹੱਥ ਧੋ ਕੇ ਐਨ ਪੂਰੀ ਸੁਚਮ ਦੇ ਨਾਲ ਕਰਨਾ, ਔਰ ਇੱਥੋਂ ਤੱਕ ਜੋੜੇ ਲਾ ਕੇ ਪੈਰ ਧੋ ਕੇ ਅੰਦਰ ਜਾਣਾ। ਇਸ ਤਰ੍ਹਾਂ ਦੀ ਪਵਿੱਤਰਤਾ ਕਈ ਮਹਾਂਪੁਰਖ ਹੁਣ ਵੀ ਰੱਖਦੇ ਨੇ। ਨਿਤਨੇਮ ਕਰਨਾ ਤਾਂ ਵੀ ਕੋਈ ਕਿਰਿਆ ਕਰਕੇ ਪਹਿਲਾਂ 5 ਇਸ਼ਨਾਨਾ ਕਰਨਾ, ਫਿਰ ਇਸ਼ਨਾਨ ਕਰਕੇ ਫਿਰ ਨਿਤਨੇਮ ਕਰਨਾ। ਜੇ ਗੁਰੂ ਮਹਾਰਾਜ ਦੀ ਤਾਬਿਆਂ ਜਾਣਾ ਤੇ ਫਿਰ ਤੇ ਭਾਈ ਜੇ ਕੋਈ ਆਪਾਂ ਕਿਰਿਆ ਕੀਤੀ ਹੋਵੇ, ਵਾਸ਼ਰੂਮ ਜਾ ਕੇ 5 ਇਸ਼ਨਾਨਾ ਕਰਨਾ ਚਾਹੀਦਾ। ਜੇ ਆਪਾਂ ਟੋਇਲਟ ਗਏ ਹੋਈਏ ਫਿਰ ਇਸ਼ਨਾਨ ਕਰਕੇ ਆਉਣਾ ਚਾਹੀਦਾ। ਜੇ ਕਿਧਰੇ ਕੋਈ ਸਾਡੇ ਪਾਸੋਂ ਗ੍ਰਸਤੀ ਜੀਵਨ ਦੀ ਕਿਰਿਆ ਹੋ ਗਈ ਹੋਵੇ, ਕੇਸੀ ਇਸ਼ਨਾਨ ਕਰਨਾ ਚਾਹੀਦਾ ਗੁਰੂ ਮਹਾਰਾਜ ਦੀ ਤਾਬਿਆਂ ਆਉਣ ਵਾਸਤੇ। ਇਹ ਪਵਿੱਤਰਤਾ, ਇਹ ਮਰਜ਼ਾਦਾ ਵੀ ਗੁਰੂ ਮਹਾਰਾਜ ਨੇ ਹੀ ਸਾਨੂੰ ਬਖਸ਼ੀ ਹੋਈ ਹੈ। ਪਰ ਅਸੀਂ ਹੁਣ ਇਹਨਾਂ ਚੀਜ਼ਾਂ ਤੋਂ ਵਿਸਲੇ ਹੋ ਰਹੇ ਹਾਂ। ਹੁਣ ਤੇ ਖਾਸ ਕਰਕੇ ਸਾਡੇ ਅੰਦਰ ਤਾਂ ਝੂਠ ਹੈ ਹੀ ਸੀ, ਪਰ ਅਸੀਂ ਜਿਹੜੀ ਗੁਰੂ ਦੀ ਦੱਸੀ ਮਰਜ਼ਾਦਾ ਸੀ, ਬਿਨ ਅਬ ਸ਼ਬਦ ਨਾ ਮਾਂਜੀ ਹੈ, ਅਸੀਂ ਉਹਨੂੰ ਵੀ ਤਿਆਗਣਾ ਸ਼ੁਰੂ ਕਰ ਦਿੱਤਾ ਹੈ। ਪਹਿਲਾਂ ਸਾਡੇ ਅੰਦਰ ਝੂਠ ਸੀ, ਫਿਰ ਸਾਡੇ ਤਨ ਨੂੰ ਝੂਠ ਲੱਗੀ, ਫਿਰ ਸਾਡੀ ਰਸਨਾ ਤੇ ਝੂਠ ਆ ਗਈ, ਤੇ ਹੁਣ ਬਾਹਰ ਵੀ ਸਾਰੇ ਥਾਂ ਝੂਠੀ ਹੀ ਝੂਠ ਵਰਤੀ ਜਾਂਦੀ ਹੈ। ਦਾਸ ਨਿਮਰਤਾ ਸਹਿਤ ਬੇਨਤੀ ਕਰਨੀ ਚਾਹੇਗਾ, ਜਦੋਂ ਆਪਾਂ ਲੰਗਰ ਤਿਆਰ ਕਰਦੇ ਹਾਂ, ਖਾਸ ਕਰਕੇ ਮਾਈਆਂ, ਬੀਬੀਆਂ, ਸੇਵਾਦਾਰ ਸਿੰਘ, ਉਸ ਵੇਲੇ ਇਸ ਗੱਲ ਦਾ ਖਿਆਲ ਰੱਖੋ ਵੀ ਕੋਈ ਵੀ ਝੂਠਾ ਭਾਂਡਾ ਸੁੱਚੇ ਭਾਂਡੇ ਦੇ ਨਾਲ ਟੱਚ ਨਾ ਹੋਵੇ। ਕਿਉਂਕਿ ਇਹ ਅਕਸਰ ਇਹ ਚੀਜ਼ ਦੇਖਣ ਦੇ ਵਿੱਚ ਇੱਥੇ ਆ ਰਹੀ ਹੈ, ਜਿਵੇਂ ਕਿ ਸਾਨੂੰ ਝੂਠ ਦਾ ਪਤਾ ਹੀ ਨਾ ਹੋਵੇ, ਸੁਚਮ ਦਾ ਸਾਨੂੰ ਉੱਕਾ ਖਿਆਲ ਹੀ ਨਾ ਹੋਵੇ। ਹੁਣ ਅਸੀਂ ਇੱਕ ਪਾਸੇ ਸੁੱਚਾ ਭਾਂਡਾ ਫੜਿਆ ਹੁੰਦਾ, ਦੂਸਰੇ ਪਾਸੇ ਝੂਠਾ ਵੀ ਨਾਲ ਹੀ ਫੜਿਆ ਹੁੰਦਾ। ਜਦੋਂ ਅਸੀਂ ਦੋਹਾਂ ਨੂੰ ਟੱਚ ਕਰਦੇ ਹਾਂ ਤੇ ਫਿਰ ਉਹਦੇ ਵਿੱਚੋਂ ਨਾ ਤੇ ਕੋਈ ਝੂਠਾ ਰਹਿ ਗਿਆ, ਨਾ ਕੋਈ ਸੁੱਚਾ ਰਹਿ ਗਿਆ। ਇਹ ਗੱਲਾਂ ਕੁਝ ਬਾਰੀਕੀ ਦੀਆਂ ਨੇ, ਜਿਨ੍ਹਾਂ ਦਾ ਸੰਬੰਧ ਸਾਡੀ ਸਿੱਖੀ ਦੀ ਰਹਿਤ ਮਰਜ਼ਾਦਾ ਦੇ ਨਾਲ ਹੈ। ਕਿਉਂਕਿ ਇੱਥੇ ਗੱਲ ਆ ਰਹੀ ਹੈ, ਮਨ ਝੂਠਾ, ਤਨ ਝੂਠਾ, ਜਿਹਵਾ ਝੂਠੀ ਹੋਏ। ਇਹ ਝੂਠ ਤੇ ਝੂਠ ਕਲਯੁਗ ਦੇ ਏਲਚੀ ਨੇ, ਇਹਨਾਂ ਤੋਂ ਬਚਣ ਦੀ ਲੋੜ ਹੈ। ਸੁੱਚ ਹੋਵੇ ਤਾਂ ਸੱਚ ਪਾਈਏ। ਇਹਨਾਂ ਬਚਨਾਂ ਨੂੰ ਹਮੇਸ਼ਾ ਮੱਦੇ ਨਜ਼ਰ ਰੱਖਦਿਆਂ ਹੋਇਆਂ ਅਸੀਂ ਬਾਹਰਲੀ ਵੀ ਪਵਿੱਤਰਤਾ ਨੂੰ ਕਾਇਮ ਰੱਖਣਾ। ਖਾਸ ਕਰਕੇ ਜਦੋਂ ਆਪਾਂ ਲੰਗਰ ਵਰਤਾਉਣੇ ਆ, ਉਸ ਵੇਲੇ ਇੱਥੇ ਇਹ ਬਹੁਤ ਗੱਲ
ਦੇਖਣ ਦੇ ਵਿੱਚ ਆਉਂਦੀ ਹੈ ਤੇ ਕਈ ਵਾਰੀ ਮਨ ਮਹਿਸੂਸ ਵੀ ਕਰਦਾ ਹੈ ਤੇ ਅੱਜ ਜੀ ਕੀਤਾ ਬੇਨਤੀ ਕਰ ਹੀ ਦਿੱਤੀ ਜਾਵੇ। ਜਦੋਂ ਆਪਾਂ ਲੰਗਰ ਵਰਤਾਉਂਦੇ ਹਾਂ ਤੇ ਉਸ ਵੇਲੇ ਜਦੋਂ ਪਹਿਲਾਂ ਅਸੀਂ ਥਾਲੀਆਂ ਜਾਂ ਕੋਈ ਪ੍ਰਸ਼ਾਦੇ ਦਾਲ ਸਬਜ਼ੀ ਵਰਤਾਉਂਦੇ ਹਾਂ, ਉਸ ਵੇਲੇ ਤਾਂ ਠੀਕ ਹੈ, ਸੁੱਚੇ ਭਾਂਡਿਆਂ ਦੇ ਵਿੱਚ ਤੁਸੀਂ ਇੱਕ ਵਾਰੀ ਵਰਤਾਉਂਦੇ ਹੋ, ਜਿਵੇਂ ਠੀਕ ਹੈ ਵਰਤਾ ਦਿਓ। ਪਰ ਜਦੋਂ ਅਸੀਂ ਲੰਗਰ ਛਕਣ ਲੱਗ ਪੈਂਦੇ ਹਾਂ ਤਾਂ ਉਸ ਵੇਲੇ ਸਾਨੂੰ ਆਪਣਾ ਹੱਥ ਜਾਂ ਭਾਂਡਾ ਫਿਰ ਦੂਸਰੇ ਦੇ ਹੱਥ ਦੇ ਨਾਲ ਜਾਂ ਥਾਲੀ ਦੇ ਨਾਲ ਟੱਚ ਨਹੀਂ ਹੋਣ ਦੇਣਾ ਚਾਹੀਦਾ। ਇਹ ਪਵਿੱਤਰਤਾ ਦਾ ਖਿਆਲ ਸਾਨੂੰ ਰੱਖਣਾ ਚਾਹੀਦਾ। ਜਦੋਂ ਅਸੀਂ ਲੰਗਰ ਵਰਤਾਉਂਦੇ ਆ, ਕਿਸੇ ਨੂੰ ਪ੍ਰਸ਼ਾਦਾ ਦੇਣਾ ਹੋਵੇ, ਉਹ ਅੱਗੋਂ ਛਕ ਰਿਹਾ ਹੈ ਤਾਂ ਉਹਨੂੰ ਕਹੋ ਦੋਵੇਂ ਹੱਥ ਕਰ। ਉਹ ਦੋਵੇਂ ਹੱਥ ਕਰੇ ਤੇ ਤੁਸੀਂ ਥੋੜਾ ਜਿਹਾ ਉੱਚਾ ਰੱਖ ਕੇ, ਉਹ ਵੀ ਪਿਆਰ ਸਤਿਕਾਰ ਅਦਬ ਦੇ ਨਾਲ ਤੁਸੀਂ ਉਹਦੇ ਉੱਤੇ ਪ੍ਰਸ਼ਾਦਾ ਰੱਖ ਦਿਓ। ਹੁਣ ਇੱਥੇ ਰਿਵਾਜ ਇਹ ਚੱਲਦਾ ਤੇ ਹੱਥ ਵਿੱਚ ਹੀ ਪ੍ਰਸ਼ਾਦੇ ਫੜਾਈ ਜਾਂਦੇ ਆ। ਇੱਥੇ ਝੂਠ ਦਾ ਬਹੁਤ ਜ਼ਿਆਦਾ ਪ੍ਰਭਾਵ ਦਿਖਾਈ ਦੇ ਰਿਹਾ ਹੈ। ਇਸੇ ਲਈ ਦਾਸ ਨੇ ਬੇਨਤੀ ਕੀਤੀ ਹੈ, ਖਾਸ ਕਰਕੇ ਜਿਹੜੇ ਅੰਮ੍ਰਿਤਧਾਰੀ ਸਿੰਘ ਨੇ, ਔਰ ਉਹਨਾਂ ਨੂੰ ਤੇ ਇਸ ਗੱਲ ਦਾ ਜ਼ਰੂਰ ਖਿਆਲ ਰੱਖਣਾ ਚਾਹੀਦਾ ਹੈ, ਜਦੋਂ ਬੇਅਮਰਤੀਆਂ ਦੇ ਨਾਲ ਉਹੀ ਟੱਚ ਹੋ ਕੇ ਆਪਾਂ ਭੋਜਨ ਛਕਦੇ ਹਾਂ ਤੇ ਸਾਡਾ ਅੰਮ੍ਰਿਤ, ਸਾਡੀ ਸੁਚਮ ਕਿੱਥੋਂ ਰਹਿ ਜੂਗੀ। ਝੂਠਿਆਂ ਦੇ ਨਾਲ ਮਿਲ ਕੇ ਤਾਂ ਝੂਠਾ ਹੀ ਫਿਰ ਖਾਣਾ ਪੈਂਦਾ। ਇਸ ਲਈ ਇਹਨਾਂ ਚੀਜ਼ਾਂ ਦਾ ਵੀ ਖਿਆਲ ਰੱਖਣਾ ਚਾਹੀਦਾ। ਜਦੋਂ ਆਪਾਂ ਇੱਕ ਵਾਰੀ ਕੋਈ ਚੀਜ਼ ਥਾਲੀ ਵਿੱਚ ਪਵਾ ਲਈਏ ਤਾਂ ਉਸ ਵੇਲੇ ਉਹਨੂੰ ਵਾਪਸ ਨਹੀਂ ਕਰਨਾ ਚਾਹੀਦਾ। ਇੱਥੇ ਇਹ ਵੀ ਰਿਵਾਜ ਚੱਲਿਆ, ਖਾਂਦਿਆਂ ਜੇ ਕੋਈ ਚੀਜ਼ ਵੱਧ ਘੱਟ ਆ ਗਈ, ਕਹਿੰਦੇ ਨਹੀਂ ਆਹ ਲੈ ਲਓ, ਝੂਠੇ ਹੱਥਾਂ ਨਾਲ ਹੀ ਵਾਪਸ ਕਰ ਦਿੰਦੇ। ਇਹ ਗੱਲਾਂ ਝੂਠ ਨਾਲ ਸੰਬੰਧਿਤ ਨੇ। ਇਹਨਾਂ ਤੋਂ ਵੀ ਹਰ ਗੁਰਸਿੱਖ ਮਾਈ ਭਾਈ ਨੇ ਪਰਹੇਜ਼ ਕਰਨਾ। ਸੁੱਚ ਹੋਵੇ ਤਾਂ ਸੱਚ ਪਾਈਏ। ਪਹਿਲਾਂ ਬਾਹਰਲੀ ਪਵਿੱਤਰਤਾ ਵੀ ਰੱਖਣੀ ਪਵੇਗੀ, ਖਾਸ ਕਰਕੇ ਚਲੋ ਇਹ ਤੇ ਗੁਰੂ ਦੇ ਲੰਗਰ ਦੀ ਗੱਲ ਹੈ ਨਾ, ਤੇ ਦੇਗ ਦੀ ਵੀ ਗੱਲ ਜਿੱਥੇ ਤੱਕ ਆਉਂਦੀ ਹੈ, ਔਰ ਉੱਥੇ ਵੀ ਪਹਿਲਾਂ ਭਾਂਡੇ ਮਾਂਜ ਕੇ ਚੌਂਕਾ ਚੁੱਲ੍ਹਾ ਸਾਫ਼ ਕਰਕੇ ਉੱਥੇ ਦੇਗ ਫੇਰ ਤਿਆਰ ਹੋਣੀ ਚਾਹੀਦੀ ਹੈ। ਦੇਗ ਤਿਆਰ ਕਰਨ ਦੇ ਸਮੇਂ ਜੋ ਮਰਜ਼ਾਦਾ ਮਹਾਂਪੁਰਖ ਦੱਸਦੇ ਸਨ ਵੀ ਜਪਜੀ ਸਾਹਿਬ ਦਾ ਪਾਠ ਵੀ ਕਰਨਾ ਚਾਹੀਦਾ ਹੈ। ਜਿਵੇਂ ਜਿਵੇਂ ਆਟਾ ਪੁੱਜੇ ਨਾਲ ਜਪਜੀ ਸਾਹਿਬ ਦਾ ਪਾਠ ਕਰੋ, ਹੋਰ ਗੱਲਾਂ ਨਹੀਂ ਕਰਨੀਆਂ। ਤੇ ਜਦੋਂ ਜੇ ਕੋਈ ਪਾਠ ਜ਼ੁਬਾਨੀ ਨਾ ਵੀ ਕਰ ਸਕੇ ਤਾਂ ਉਸ ਵੇਲੇ ਮੂਲ ਮੰਤਰ ਪੜ੍ਹ ਲਵੇ, ਵਾਹਿਗੁਰੂ ਮੰਤਰ ਦਾ ਸਿਮਰਨ ਕਰ ਲਵੇ, ਕਿਉਂਕਿ ਦੇਗ ਗੁਰੂ ਵਾਸਤੇ ਬਣ ਰਹੀ ਹੈ। ਉਹਨੂੰ ਆਪਾਂ ਪਵਿੱਤਰਤਾ ਨਾਲ ਤਿਆਰ ਕਰਨਾ ਹੈ। ਤੇ ਫਿਰ ਉਸ ਦੇਗ ਨੂੰ ਜਦੋਂ ਗੁਰੂ ਮਹਾਰਾਜ ਦੇ ਕੋਲੇ ਲਿਆਉਣਾ, ਉਸ ਵੇਲੇ ਵੀ ਮਰਜ਼ਾਦਾ ਤੇ ਇਹ ਆ ਵੀ ਪਾਣੀ ਦਾ ਛੱਟਾ ਮਾਰ ਕੇ ਅੱਗੇ ਫਿਰ ਲਿਆਂਦਾ ਜਾਵੇ, ਕਿਉਂਕਿ ਇਹ ਪਵਿੱਤਰਤਾ ਦੇ ਖਿਆਲ ਅਸੀਂ ਰੱਖਣੇ ਹਨ। ਤੇ ਫਿਰ ਜਦੋਂ ਦੇਗ ਗੁਰੂ ਮਹਾਰਾਜ ਸੱਚੇ ਪਾਤਸ਼ਾਹ ਦੀ ਹਜ਼ੂਰੀ ਵਿੱਚ ਆਉਂਦੀ ਹੈ, ਉੱਥੇ ਬੈਠ ਕੇ ਵੀ ਪਾਠ ਕੀਤਾ ਜਾਵੇ, ਬਾਣੀ ਪੜ੍ਹੀ ਜਾਵੇ। ਆਨੰਦ ਸਾਹਿਬ ਦੇ ਪਾਠ ਦੀ ਮਰਜ਼ਾਦਾ ਅਕਸਰ ਸਾਡੇ ਗੁਰੂ ਘਰਾਂ ਦੇ ਵਿੱਚ ਪ੍ਰਚਲਿਤ ਹੈ, ਔਰ ਉਹ ਵੀ ਪਾਠ ਹੋਣਾ ਚਾਹੀਦਾ। ਤੇ ਫਿਰ ਇਸ ਦੇ ਨਾਲ ਜਦੋਂ ਆਪਾਂ ਦੇਗ ਵਰਤਾਉਣੀ ਹੈ ਤਾਂ ਉਸ ਵੇਲੇ ਇਸ ਗੱਲ ਦਾ ਜ਼ਰੂਰ ਖਿਆਲ ਰੱਖੋ, ਪਹਿਲਾਂ ਆਪਣੇ ਹੱਥ ਧੋਵੋ ਤੇ ਫਿਰ ਦੇਗ ਵਰਤਾਓ। ਦੇਗ ਵਰਤਾਉਣ ਦੇ ਸਮੇਂ ਜਿਨ੍ਹਾਂ ਨੇ ਵੀ ਦੇਗ ਲੈਣੀ ਹੈ ਉਹਨਾਂ ਦੇ ਹੱਥਾਂ ਨਾਲ ਹੱਥ ਨਹੀਂ ਟੱਚ ਹੋਣੇ ਚਾਹੀਦੇ। ਉਹ ਥੋੜਾ ਜਿਹਾ ਉੱਚਾ ਹੀ ਦੇਗ ਦਾ ਕਿਣਕਾ ਦੇਣਾ ਚਾਹੀਦਾ। ਇਸ ਲਈ ਹੁਣ ਇਹ ਤਾਂ ਡਾਕਟਰ ਵੀ ਕਹਿੰਦੇ ਨੇ ਵੀ ਜਦੋਂ ਹੱਥ ਲੱਗਦਾ ਹੈ ਉਹਦੇ ਨਾਲ ਜਰਾਸੀਮ ਨਾਲ ਹੀ ਆਉਂਦੇ ਨੇ, ਝੂਠ ਦੇ ਜਰਾਸੀਮ ਨਾਲ ਹੀ ਆਉਂਦੇ ਨੇ। ਇਸ ਲਈ ਸਾਨੂੰ ਇਹਨਾਂ ਚੀਜ਼ਾਂ ਦਾ ਵੀ ਖਿਆਲ ਰੱਖਣਾ ਚਾਹੀਦਾ ਹੈ। ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਦੇ ਬਚਨ, ਝੂਠ ਤੇ ਝੂਠ ਕਲਯੁਗ ਦੇ ਏਲਚੀ ਹਨ। ਜਿੱਥੇ ਝੂਠ ਆ ਜਾਵੇ ਉੱਥੇ ਕਲਯੁਗ ਵਰਤਦਾ ਹੈ। ਤੇ ਆਪਾਂ ਇਹਨਾਂ ਗੱਲਾਂ ਦਾ ਵੀ ਖਿਆਲ ਰੱਖਣਾ ਹੈ। ਪਹਿਲਾਂ ਥੋੜੇ ਜਿਹੇ ਸਿੰਘਾਂ ਨੂੰ ਇਸ ਗੱਲ ਦੀ ਟ੍ਰੇਨਿੰਗ ਲੈਣੀ ਚਾਹੀਦੀ ਵੀ ਲੰਗਰ ਕਿਵੇਂ ਵਰਤਾਉਣਾ, ਦੇਗ ਕਿਵੇਂ ਵਰਤਾਉਣੀ ਹੈ। ਹੁਣ ਸਾਡੇ ਭਾਈ ਗ੍ਰੰਥੀਆਂ ਨੂੰ ਵੀ ਇਸ ਗੱਲ ਦਾ ਪਤਾ ਨਹੀਂ, ਉਹ ਡਰਦੇ ਮਾਰੇ ਨਹੀਂ ਬੋਲਦੇ, ਜਾਂ ਉਹਨਾਂ ਨੂੰ ਪਤਾ ਵੀ ਨਹੀਂ ਹੁੰਦਾ ਵੀ ਮਰਜ਼ਾਦਾ ਜਾਂ ਸੁਚਮ ਕੀ ਹੁੰਦੀ ਹੈ। ਉਹ ਵੀ ਖਾਂਦੇ ਦੂਜਿਆਂ ਨਾਲ ਹੀ ਰਲ ਜਾਂਦੇ ਆ, ਉਵੇਂ ਝੂਠੇ ਹੱਥ, ਉਵੇਂ ਵਰਤਾਉਣਾ, ਉਵੇਂ ਹੀ ਖਾਣਾ। ਪਰ ਇਹ ਥੋੜਾ ਜਿਹਾ ਆਪਾਂ ਨੂੰ ਖਿਆਲ ਜ਼ਰੂਰ ਰੱਖਣਾ ਚਾਹੀਦਾ ਹੈ, ਕਿਉਂਕਿ ਸਿੱਖ ਧਰਮ ਸੱਚ ਤੇ ਸੁੱਚ ਤੇ ਖੜਾ ਹੈ। ਜਿੱਥੇ ਸੁਚਮ ਹੈ, ਜਿੱਥੇ ਸੁੱਚ ਪਵਿੱਤਰਤਾ ਹੈ, ਉੱਥੇ ਹੀ ਸੱਚ ਆਉਂਦਾ ਹੈ। ਤੇ ਜਿੱਥੇ ਪਵਿੱਤਰਤਾ ਨਾ ਹੋਵੇ ਉੱਥੇ ਫਿਰ ਸੱਚ ਨਹੀਂ ਝੂਠ ਆਵੇਗਾ। ਝੂਠ ਦੇ ਨਾਲ ਝੂਠ ਦਾ ਸੰਬੰਧ ਹੈ ਤੇ ਸੁੱਚ ਪਵਿੱਤਰਤਾ ਨਾਲ ਸੱਚ ਦਾ ਸੰਬੰਧ ਹੈ। ਇਸੇ ਲਈ ਗੁਰੂ ਮਹਾਰਾਜ ਸੱਚੇ ਪਾਤਸ਼ਾਹ ਨੇ ਇੱਥੇ ਬਚਨ ਕੀਤਾ ਹੈ, ਕਿਉਂ ਕਰ ਸੁੱਚਾ ਹੋਏ, ਵੀ ਸਾਡਾ ਜੀਵਨ ਕਿਵੇਂ ਸੁੱਚਾ ਹੋ ਸਕਦਾ ਹੈ। ਜੇ ਅਸੀਂ ਗੁਰੂ ਦੀ ਦੱਸੀ ਮਰਜ਼ਾਦਾ ਨੂੰ ਅਪਣਾਵਾਂਗੇ ਤਾਂ ਹੀ ਸਾਡਾ ਜੀਵਨ ਸੁੱਚਾ ਹੋਵੇਗਾ।
ਬਿਨ ਅਬ ਸ਼ਬਦ ਨਾ ਮਾਂਜੀਐ। ਜਿੱਥੋਂ ਤੱਕ ਹਿਰਦੇ ਦਾ ਮਨ ਦਾ ਸਵਾਲ ਹੈ, ਉਹਨੂੰ ਨਾਮ ਬਾਣੀ ਦੇ ਅਭਿਆਸ ਦੇ ਨਾਲ ਹੀ ਅਸੀਂ ਮੰਨ ਸਕਦੇ ਹਾਂ। ਸਾਚੇ ਤੇ ਸੱਚ ਹੋਏ ਤੇ ਸੱਚੇ ਨਾਮ ਕਰਕੇ ਤੇ ਸੱਚ ਹੋਏ, ਸੱਚ ਦੀ ਪ੍ਰਾਪਤੀ ਹੋਣੀ ਹੈ। ਪਹਿਲਾਂ ਸ਼ਬਦ ਨਾਲ ਆਪਣੇ ਹਿਰਦੇ ਨੂੰ ਮਾਂਜਣਾ ਹੈ। ਜਦੋਂ ਹਿਰਦਾ ਸ਼ੁੱਧ ਹੋਵੇਗਾ, ਸੱਚਾ ਨਾਮ ਇਹਦੇ ਵਿੱਚ ਟਿਕੇਗਾ। ਜਦੋਂ ਸੱਚਾ ਨਾਮ ਟਿਕਿਆ, ਸੱਚ ਹੋਏ, ਤੇ ਫਿਰ ਇਹਦੇ ਵਿੱਚ ਸੱਚ ਨੇ ਆ ਕੇ ਪ੍ਰਾਪਤ ਹੋਣਾ। ਧੰਨ ਗੁਰੂ ਨਾਨਕ ਦੇਵ ਮਹਾਰਾਜ ਨੇ ਝੂਠ ਤੇ ਝੂਠ ਤੋਂ ਬਚਣ ਦੇ ਲਈ ਗੁਰੂ ਸ਼ਬਦ ਦੇ ਨਾਲ ਜੁੜਨਾ ਤੇ ਗੁਰੂ ਦੀ ਮਰਜ਼ਾਦਾ ਦੀ ਪਾਲਣਾ ਕਰਨੀ, ਇਹਦੇ ਬਾਰੇ ਸਾਨੂੰ ਖਬਰਦਾਰ ਕੀਤਾ ਹੈ। ਮੁੰਧੇ ਗੁਣਹੀਣੀ ਸੁਖ ਕੇ, ਫਿਰ ਰਲਿਆ ਰਸ ਮਾਨਸੀ, ਸਾਚ ਸ਼ਬਦ ਸੁਖ ਨੇ। ਰਹਾਉ ਫਿਰ ਪਰਦੇਸੀ ਜੇਠੀਐ, ਧਨ ਵਾਂਢੀ ਚੂਰੇ। ਧੰਨ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਇਸ ਜੀਵ ਰੂਪ ਇਸਤਰੀ ਨੂੰ ਇਹ ਉਪਦੇਸ਼ ਦੇ ਰਹੇ ਹਨ। ਮੁੰਦੇ ਗੁਣਹੀਣੀ ਸੁਖ ਕਿਹੇ, ਐ ਜੋਵਨ ਮਤੀਏ, ਜਿੰਨਾ ਚਿਰ ਤੱਕ ਤੂੰ ਦੇਵੀ ਗੁਣਾਂ ਨੂੰ, ਸ੍ਰੇਸ਼ਟ ਗੁਣਾਂ ਨੂੰ ਧਾਰਨ ਨਹੀਂ ਕਰਦੀ, ਉਹਨਾਂ ਚਿਰ ਤੈਨੂੰ ਸੁਖ ਕਿਵੇਂ ਮਿਲ ਸਕਦਾ? ਨਹੀਂ ਮਿਲ ਸਕਦਾ। ਫਿਰ ਰਲੀਆਂ ਰਸ ਮਾਨਸੀ, ਸਾਜ ਸ਼ਬਦ ਸੁਖ ਨੇਹ। ਜਦੋਂ ਸੱਚੇ ਸ਼ਬਦ ਦੇ ਨਾਲ ਨੇ ਪ੍ਰੇਮ ਕਰੇਗੀ ਤੇ ਫਿਰ ਤੈਨੂੰ ਸੁਖ ਪ੍ਰਾਪਤ ਹੋ ਸਕਦਾ ਹੈ। ਫਿਰ ਰਲੀਆਂ ਰਸ ਮਾਨਸੀ, ਫਿਰ ਹੀ ਤੂੰ ਰਸ ਪ੍ਰੇਮ ਦੇ ਨਾਲ ਪਤੀ ਪਰਮੇਸ਼ਰ ਦੀਆਂ ਰਲੀਆਂ ਖੁਸ਼ੀਆਂ ਮਾਣ ਸਕਦੀ ਹੈ, ਜੇ ਸੱਚੇ ਗੁਰੂ ਦੇ ਸ਼ਬਦ ਨਾਲ ਸਨੇਹ ਕਰੇਗੀ। ਰਹਾਉ ਵਿਸਰਾਮ ਦੇ ਕੇ ਹਜ਼ੂਰ ਅੱਗੇ ਫਰਮਾਉਂਦੇ ਨੇ, ਫਿਰ ਪਰਦੇਸੀ ਜੇਠੀਆ ਧਨ ਵਾਂਢੀ ਚੂਰੇ। ਵੀ ਜਿਸ ਇਸਤਰੀ ਦਾ ਫਿਰ ਪਤੀ ਪਰਦੇਸ਼ੀ ਹੋ ਜਾਵੇ, ਭਾਵ ਉਹ ਘਰ ਤੋਂ ਦੂਰ ਦੇਸ਼ ਵਿੱਚ ਚਲਿਆ ਜਾਵੇ, ਧਨ ਵਾਂਢੀ ਚੂਰੇ, ਜਿਹੜੀ ਧਨ ਇਸਤਰੀ ਹੈ ਉਹ ਵਾਂਢੀ ਪਤੀ ਤੋਂ ਵਿਛੜੀ ਹੋਈ ਚੂਰੇ ਹਮੇਸ਼ਾ ਲਈ ਚੂਰਦੀ ਹੈ। ਕਿਵੇਂ ਚੂਰਦੀ ਆ? ਹਜ਼ੂਰ ਅੱਗੇ ਉਦਾਹਰਣ ਦਿੰਦੇ ਹਨ। ਜਿਉਂ ਜਲ ਥੋੜੈ ਮਛਲੀ, ਕਾਰਣ ਪਲਾਵ ਕਰੇ। ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਜਿਵੇਂ ਥੋੜੇ ਪਾਣੀ ਦੇ ਵਿੱਚ ਮੱਛੀ ਤੜਫਦੀ ਹੈ। ਜਦੋਂ ਪਾਣੀ ਥੋੜਾ ਰਹਿ ਜਾਂਦਾ ਹੈ ਤੇ ਉਸ ਵੇਲੇ ਮੱਛੀ ਕਾਰਨ ਪਲਾਵ ਕਰੇ। ਉਹ ਬਹੁਤ ਕੀਰਨੇ ਵੀ ਪਾਉਂਦੀ ਹੈ, ਪਲਾਵ ਯਤਨ ਵੀ ਕਰਦੀ ਹੈ ਵੀ ਕਿਸੇ ਤਰੀਕੇ ਦੇ ਨਾਲ ਮੇਰੀ ਜਿੰਦ ਜਾਨ ਸਲਾਮਤ ਰਹਿ ਜਾਵੇ। ਇਸੇ ਤਰ੍ਹਾਂ ਜਿਹੜੀ ਇਸਤਰੀ ਦਾ ਪਤੀ ਪਰਦੇਸ਼ ਵਿੱਚ ਚਲਿਆ ਜਾਂਦਾ ਹੈ, ਇਹਦਾ ਮਤਲਬ ਇਹ ਜੀਵ ਰੂਪ ਇਸਤਰੀ ਦਾ ਪਤੀ ਪਰਮੇਸ਼ਰ ਹੈ ਔਰ ਉਹ ਹੁਣ ਪਰਦੇਸ਼ੀ ਹੋਇਆ ਹੋਇਆ ਹੈ, ਕਿਉਂਕਿ ਸਾਡੇ ਅੰਦਰ ਤਾਂ ਉਹ ਵਸ ਹੀ ਨਹੀਂ ਰਿਹਾ। ਭਾਵੇਂ ਵਸ ਰਿਹਾ ਹੈ ਪਰ ਸਾਨੂੰ ਉਸ ਦੇ ਦਰਸ਼ਨ ਨਹੀਂ ਹੋ ਰਹੇ ਤੇ ਸਾਡੇ ਲਈ ਪਰਦੇਸ਼ੀ ਬਣਿਆ ਹੋਇਆ ਹੈ। ਇਸੇ ਲਈ ਜੀਵ ਰੂਪ ਇਸਤਰੀ ਉਸ ਤੋਂ ਵਿਛੜੀ ਹੋਈ ਹਮੇਸ਼ਾ ਲਈ ਝੂਰਦੀ ਹੈ। ਉਹਦੀ ਹਾਲਤ ਇਸ ਤਰ੍ਹਾਂ ਦੀ ਬਣੀ ਹੋਈ ਹੈ ਜਿਵੇਂ ਥੋੜੇ ਪਾਣੀ ਦੇ ਵਿੱਚ ਮੱਛੀ ਤੜਫਦੀ ਹੈ ਤੇ ਆਪਣੇ ਬਚਾਅ ਦੇ ਲਈ ਕੀਰਨੇ ਪਾਉਂਦੀ ਹੈ, ਪਲਾਵ ਯਤਨ ਕਰਦੀ ਹੈ, ਰੋਂਦੀ ਵੀ ਹੈ, ਤੜਫਦੀ ਵੀ ਹੈ ਤੇ ਨਾਲ ਕੀਰਨੇ ਵੀ ਪਾਉਂਦੀ, ਕਿਸੇ ਤਰ੍ਹਾਂ ਮੇਰੀ ਜਾਨ ਬਚ ਜਾਵੇ। ਇਸੇ ਤਰ੍ਹਾਂ ਜੀਵ ਰੂਪ ਇਸਤਰੀ ਵੀ ਵਾਹਿਗੁਰੂ ਦੇ ਵਿਛੋੜੇ ਦੇ ਵਿੱਚ ਯਤਨ ਕਰਦੀ ਹੈ। ਫਿਰ ਭਾਵੈ ਸੁਖ ਪਾਈਐ, ਜਾਂ ਆਪੇ ਨਦਰ ਕਰੇ। ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਫਿਰ ਭਾਵੈ ਸੁਖ ਪਾਈਐ। ਜੇ ਉਸ ਪਤੀ ਪਰਮੇਸ਼ਰ ਨੂੰ ਭਾ ਜਾਵੇ, ਜੀਵ ਰੂਪ ਇਸਤਰੀ ਸੁਖ ਪਾਈਐ, ਫਿਰ ਹੀ ਇਹਨੂੰ ਸੁਖ ਪ੍ਰਾਪਤ ਹੋ ਸਕਦਾ ਹੈ। ਪਰ ਭਾਵੇਗੀ ਕਿਵੇਂ? ਜਾਂ ਆਪੇ ਨਦਰ ਕਰੇ। ਸਾਡੇ ਕੀਤਿਆਂ ਕੁਝ ਨਹੀਂ ਹੋਣ ਵਾਲਾ। ਜਦੋਂ ਉਹ ਅਕਾਲ ਪੁਰਖ ਵਾਹਿਗੁਰੂ ਆਪ ਹੀ ਮਿਹਰ ਦੀ ਨਿਗਾਹ ਕਰ ਦੇਵੇ ਤੇ ਫਿਰ ਹੀ ਉਹ ਆਪ ਆ ਕੇ ਮਿਲਦਾ ਹੈ ਤੇ ਜਦੋਂ ਮਿਲ ਜਾਂਦਾ ਹੈ ਤੇ ਫਿਰ ਸੁਖ ਪ੍ਰਾਪਤ ਹੁੰਦਾ ਹੈ। ਫਿਰ ਸਾਲਾਹੀ ਆਪਣਾ, ਸਖੀ ਸਹੇਲੀ ਨਾਲ। ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਜਿਹੜੀਆਂ ਉਸ ਵਾਹਿਗੁਰੂ ਪਰਮੇਸ਼ਰ ਦੀਆਂ ਸਖੀ ਸ਼ਰਧਾ ਵਾਲੀਆਂ, ਸਹੇਲੀ ਭਗਤੀ ਵਾਲੀਆਂ ਰੂਹਾਂ ਨੇ, ਉਹਨਾਂ ਦੇ ਨਾਲ ਮਿਲ ਕੇ ਪਿਰਸਾ ਲਾਹੀ ਆਪਣਾ। ਅਸੀਂ ਆਪਣੇ ਪਿਰ ਪਤੀ ਪਰਮੇਸ਼ਰ ਨੂੰ ਸਲਾਹੁੰਦੇ ਹਾਂ ਤਾਂ ਕਿ ਉਸ ਵਾਹਿਗੁਰੂ ਪਰਮੇਸ਼ਰ ਦੀ ਪ੍ਰਸੰਨਤਾ ਸਾਨੂੰ ਮਿਲ ਜਾਵੇ। ਤਨ ਸੋ ਹੈ ਮਨ ਮੋਹਿਆ, ਰਤੀ ਰੰਗ ਨਿਹਾਲ। ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਜਦੋਂ ਹੋਰ ਸੰਤ ਭਗਤ ਗੁਰਸਿੱਖ ਰੂਪ ਸਖੀਆਂ ਸਹੇਲੀਆਂ ਦੇ ਨਾਲ
ਵਾਹਿਗੁਰੂ ਦੀ ਸਿਫਤ ਸਲਾਹ ਕੀਤੀ ਤੇ ਵਾਹਿਗੁਰੂ ਨੇ ਕਿਰਪਾ ਕੀਤੀ, ਉਸਨੇ ਦਰਸ਼ਨ ਦੀਦਾਰੇ ਦਿੱਤੇ। ਰਤੀ ਰੰਗ ਨਿਹਾਲ, ਉਸ ਵਾਹਿਗੁਰੂ ਨੂੰ ਨਿਹਾਲ ਵੇਖ ਕੇ ਉਸ ਦੇ ਦਰਸ਼ਨ ਦੀਦਾਰੇ ਕਰਕੇ ਰਤੀ ਰੰਗ ਅਸੀਂ ਉਸ ਵਾਹਿਗੁਰੂ ਦੇ ਰੰਗ ਵਿੱਚ ਰੰਗੀ ਗਏ। ਤਨ ਸੋ ਹੈ ਮਨ ਮੋਹਿਆ, ਹੁਣ ਉਸ ਵਾਹਿਗੁਰੂ ਨੇ ਐਸੀ ਕਿਰਪਾ ਕੀਤੀ, ਸਾਨੂੰ ਐਸੇ ਦਰਸ਼ਨ ਦਿੱਤੇ ਤੇ ਸਾਡਾ ਮਨ ਵੀ ਮੋਹਿਤ ਕਰ ਲਿਆ। ਹੁਣ ਜਦੋਂ ਮਨ ਮੋਹਿਤ ਹੋ ਗਿਆ, ਵਾਹਿਗੁਰੂ ਦੇ ਰੰਗ ਵਿੱਚ ਰੰਗੇ ਗਏ, ਤਨ ਸੋ ਹੈ, ਹੁਣ ਸਾਡਾ ਸਰੀਰ ਵੀ ਸ਼ੋਭਾ ਵਾਲਾ ਹੋ ਗਿਆ। ਇਹਦਾ ਮਤਲਬ ਇਹ ਹੈ, ਜਿਹਨੂੰ ਵਾਹਿਗੁਰੂ ਪਰਮੇਸ਼ਰ ਦੇ ਦਰਸ਼ਨ ਦੀਦਾਰ ਹੋ ਜਾਂਦੇ ਨੇ, ਉਹਦਾ ਮਨ ਵੀ ਤੇ ਉਹਦਾ ਤਨ ਵੀ ਵਾਹਿਗੁਰੂ ਦੇ ਰੰਗ ਵਿੱਚ ਰੰਗਿਆ ਜਾਂਦਾ ਹੈ। ਪਰ ਐਸੀ ਉਹਦੀ ਸ਼ੋਭਾ ਤੇ ਐਸੀ ਸੁੰਦਰਤਾ ਉਸ ਨੂੰ ਪ੍ਰਾਪਤ ਹੋ ਜਾਂਦੀ ਹੈ ਤੇ ਸਾਰੇ ਲੋਕ ਮਹਾਂਪੁਰਖਾਂ ਦੇ ਦਰਸ਼ਨਾਂ ਨੂੰ ਲੋਚਦੇ ਰਹਿੰਦੇ ਹਨ। ਸ਼ਬਦ ਸਵਾਰੀ ਸੋਹਣੀ, ਪਿਰ ਰਾਵੈ ਗੁਣ ਨਾਲ। ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਭਾਈ ਸ਼ਬਦ ਸਵਾਰੀ ਸੋਹਣੀ, ਸੋਹਣੀ ਦਾ ਅਰਥ ਹੈ ਜਿਹੜੀ ਐਸੀ ਖੂਬਸੂਰਤ ਇਸਤਰੀ ਸ਼ਬਦ ਨੇ ਸਵਾਰ ਦਿੱਤੀ ਹੈ। ਪਿਰ ਰਾਵੇ ਗੁਣ ਨਾਲ, ਉਹਦੇ ਵਿੱਚ ਦੈਵੀ ਗੁਣ ਹੋਣ ਕਰਕੇ ਤੇ ਫਿਰ ਪਿਰ ਰਾਵੇ, ਉਹ ਪਰਮੇਸ਼ਰ ਪਤੀ ਉਸ ਨੂੰ ਰਾਵੇ ਦਾ ਅਰਥ ਆਨੰਦ ਬਖਸ਼ਿਸ਼ ਕਰਦਾ ਹੈ। ਅਥਵਾ ਸ਼ਬਦ ਸਵਾਰੀ ਸੋਹਣੀ, ਜਿਹੜੀ ਗੁਰੂ ਸ਼ਬਦ ਦੁਆਰਾ ਸਵਾਰੀ ਗਈ ਹੈ ਸੋਹਣੀ ਇਸਤਰੀ, ਪਿਰ ਰਾਵੇ ਗੁਣ ਨਾਲ, ਤੇ ਫਿਰ ਉਹ ਵਾਹਿਗੁਰੂ ਪਰਮੇਸ਼ਰ ਜੋ ਆਪ ਗੁਣਾਂ ਦਾ ਮੁਜੱਸਮਾ ਹੈ ਔਰ ਉਹਦੇ ਗੁਣਾਂ ਨੂੰ ਵੇਖ ਕੇ ਤੇ ਫਿਰ ਉਹਨੂੰ ਭਾਈ ਖੁਸ਼ੀਆਂ ਤੇ ਆਨੰਦ ਬਖਸ਼ਿਸ਼ ਕਰ ਦਿੰਦਾ ਹੈ। ਕਾਮਣ ਕਾਮ ਨਾ ਆਵਈ, ਖੋਟੀ ਅਵਗਣਿਆਰ। ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਭਾਈ ਜਿਹੜੀ ਖੋਟੀ ਤੇ ਔਗਣਾ ਵਾਲੀ ਜੀਵ ਰੂਪ ਇਸਤਰੀ ਹੈ, ਕਾਮਣ ਕਾਮ ਨਾ ਆਵੇ, ਉਹ ਜਿਹੜੀ ਕਾਮਣ ਇਸਤਰੀ ਹੈ ਖੋਟੀ ਤੇ ਔਗਣਾ ਵਾਲੀ, ਉਸ ਪਰਮੇਸ਼ਰ ਪਤੀ ਦੇ ਕਿਸੇ ਕੰਮ ਨਹੀਂ ਆ ਸਕਦੀ। ਨਾ ਸੁਖ ਪਈਐ ਸਾਹੁਰੈ, ਝੂਠ ਜਲੀ ਵੇਕਾਰ। ਨਾ ਉਸ ਨੂੰ ਪੇਕੇ ਘਰ ਇਸ ਸੰਸਾਰ ਦੇ ਵਿੱਚ ਹੀ ਕਦੇ ਸੁਖ ਮਿਲ ਸਕਦਾ ਹੈ ਤੇ ਨਾ ਹੀ ਸਹੁਰੇ ਘਰ ਪਰਲੋਕ ਦੇ ਵਿੱਚ ਜਾ ਕੇ ਉਹਨੂੰ ਕੋਈ ਸੁਖ ਮਿਲ ਸਕਦਾ ਹੈ। ਝੂਠ ਜਲੀ ਵੇਕਾਰ, ਉਹ ਤਾਂ ਝੂਠੀ ਵਿਕਾਰਾਂ ਦੇ ਵਿੱਚ ਹੀ ਸੜ ਗਈ ਔਰ ਉਹਨੂੰ ਨਾ ਇੱਥੇ ਸੁਖ ਤੇ ਨਾ ਹੀ ਪਰਲੋਕ ਵਿੱਚ ਸੁਖ ਪ੍ਰਾਪਤ ਹੋ ਸਕਿਆ। ਆਵਣ ਵੰਜਣ ਡਾਖੜੋ, ਛੋਡੀ ਕੰਤ ਵਿਸਾਰ। ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਭਾਈ ਆਵਣ ਮੰਜਣ, ਆਵਣ ਮੰਜਣ ਦਾ ਅਰਥ ਹੈ ਆਉਣ ਜਾਣ ਦਾ, ਡਾਖੜੋ ਦਾ ਅਰਥ ਹੈ ਜਿਹੜਾ ਔਖਾ ਚੱਕਰ ਉਹਨੂੰ ਬਣਿਆ ਰਹਿੰਦਾ। ਆਵਨ ਵੰਜਨ ਡਾਖੜੋ, ਜਿਹੜਾ ਆਵਾਗਮਨ ਦਾ ਬਹੁਤ ਖੋਟਾ ਚੱਕਰ ਹੈ ਉਹਦੇ ਗਲ ਵਿੱਚ ਪੈ ਜਾਂਦਾ ਹੈ। ਛੋਡੀ ਕੰਤ ਵਿਸਾਰ, ਕਿਉਂਕਿ ਵਾਹਿਗੁਰੂ ਪਰਮੇਸ਼ਰ ਨੇ ਉਹਨੂੰ ਵਿਸਾਰ ਜੋ ਛੱਡਿਆ ਹੈ। ਵਾਹਿਗੁਰੂ ਪਰਮੇਸ਼ਰ ਨੇ ਉਹਦੇ ਔਗੁਣਾ ਕਰਕੇ ਉਸ ਨੂੰ ਭੁਲਾ ਜੋ ਦਿੱਤਾ ਹੈ। ਇਸੇ ਕਰਕੇ ਆਉਣ ਜਾਣ ਦਾ ਦੁਖਦਾਈ ਚੱਕਰ ਉਹਦੇ ਸਿਰ ਉੱਤੇ ਪਿਆ ਰਹਿੰਦਾ ਹੈ। ਫਿਰ ਕੀ ਨਾਰ ਸੁਹਾਵਣੀ, ਮੁਤੀ ਸੋ ਕਿਤ ਸਾਧ। ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਇਹ ਜਿਹੜੀ ਜੀਵ ਰੂਪ ਇਸਤਰੀ ਹੈ ਤੇ ਬੜੀ ਸੁਹਾਵਣੀ ਸੀ। ਇਸ ਦੀ ਜ਼ਿੰਦਗੀ ਵਾਹਿਗੁਰੂ ਨੇ ਬਹੁਤ ਸੁੰਦਰ ਬਣਾਈ ਸੀ ਔਰ ਇਹ ਹੈ ਵੀ ਪਰਮੇਸ਼ਰ ਪਤੀ ਦੀ ਇਸਤਰੀ ਸੀ। ਕੋਈ ਵੀ ਜੀਵ ਜਦੋਂ ਸੰਸਾਰ ਦੇ ਵਿੱਚ ਆਉਂਦਾ ਹੈ ਉਹਦਾ ਜੀਵਨ ਨਿਰਵਿਕਾਰ ਹੁੰਦਾ ਹੈ। ਇੱਥੇ ਆ ਕੇ ਹੀ ਵਿਕਾਰਾਂ ਦੇ ਵਿੱਚ ਅਸੀਂ ਲਿਬੜਦੇ ਹਾਂ। ਹਾਜ਼ੂਰ ਕਹਿੰਦੇ, ਪਰ ਕੀ ਨਾਰ ਸੁਹਾਵਣੀ, ਇਹ ਜਿਹੜੀ ਜੀਵ ਰੂਪ ਇਸਤਰੀ ਸੀ ਹੈ ਤੇ ਪਤੀ ਪਰਮੇਸ਼ਰ ਦੀ ਬਹੁਤ ਸੁਹਾਵਣੀ ਸੋਹਣੀ ਇਸਤਰੀ ਪੈਦਾ ਕੀਤੀ ਸੀ। ਮੁੱਤੀ ਸੋ ਕਿਤ ਸਾਧ, ਪਤਾ ਨਹੀਂ ਕਿਹੜੇ ਹੋਰ ਸਵਾਦਾਂ ਦੇ ਵਿੱਚ ਪੈ ਕੇ ਮੁੱਤੀ ਦਾ ਅਰਥ ਛੁੱਟੜ ਹੋ ਗਈ ਹੈ। ਫਿਰ ਕੈ ਕਾਮ ਨ ਆਵਈ, ਬੋਲੇ ਫਾਦਲ ਬਾਦ। ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਭਾਈ ਜਿਹੜੀ ਇਸਤਰੀ ਆਪਣੇ ਪਤੀ ਪਿਆਰ ਨੂੰ ਛੱਡ ਕੇ ਕਿਸੇ ਹੋਰ ਸਵਾਦਾਂ ਦੇ ਵਿੱਚ ਪੈ ਜਾਂਦੀ ਹੈ, ਬੋਲੇ ਫਾਦਲ ਬਾਦ, ਫਿਰ ਉਹ ਆਪਣੇ ਪਤੀ ਦੇ ਬਾਰੇ ਵੀ, ਫਾਦਲ ਦਾ ਅਰਥ ਹੈ ਵਿਅਰਥ ਸ਼ਬਦ ਬੋਲਦੀ ਹੈ, ਆਪਣੇ ਪਤੀ ਦੇ ਬਾਰੇ ਵੀ ਗਲਤ ਮਲਤ ਸ਼ਬਦ ਬੋਲਦੀ ਹੈ। ਜਿਹੜਾ ਫਾਦਲ ਸ਼ਬਦ ਹੈ ਅਰਬੀ ਦਾ ਲਫ਼ਜ਼ ਹੈ, ਫਾਦਲ ਦਾ ਅਰਥ ਹੁੰਦਾ ਹੈ ਫਜ਼ੂਲ, ਬੇਕਾਰ ਬਕਵਾਸ ਕਰਨਾ। ਬੋਲੇ ਫਾਦਲ ਬਾਦ, ਉਹ ਵਿਅਰਥ ਹੀ ਬਕਵਾਸ ਕਰਦੀ ਹੈ। ਫਿਰ ਕਹਿ ਕਾਮਨਾ ਆਵੀ, ਇਸੇ ਲਈ ਫਿਰ ਉਹ ਆਪਣੇ ਪਤੀ ਪਰਮੇਸ਼ਰ ਦੇ ਕੰਮ ਨਹੀਂ ਆ ਸਕਦੀ, ਕਿਉਂਕਿ ਬਹੁਤ ਸਾਰੇ ਐਸੇ ਮਨਮੁਖ ਜੀਵ ਵੀ ਹਨ
ਜਿਹੜੇ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਦੇ ਬਾਰੇ ਵੀ ਚੰਗਾ ਮੰਦਾ ਬੋਲਣ ਤੋਂ ਸੰਕੋਚ ਨਹੀਂ ਕਰਦੇ, ਤੇ ਇਸੇ ਲਈ ਵਾਹਿਗੁਰੂ ਪਰਮੇਸ਼ਰ ਫਿਰ ਉਹਨਾਂ ਨੂੰ ਛੁੱਟੜ ਕਰ ਦਿੰਦਾ ਹੈ। ਕਹਿੰਦਾ ਭਾਈ ਜਾਓ, ਫਿਰ ਤੁਹਾਡਾ ਮੇਰੇ ਨਾਲ ਕੋਈ ਸੰਬੰਧ ਨਹੀਂ। ਉਹ ਪਤੀ ਪਰਮੇਸ਼ਰ ਦੇ ਕਿਸੇ ਕੰਮ ਨਹੀਂ ਆ ਸਕਦੇ ਜਿਨ੍ਹਾਂ ਨੂੰ ਵਾਹਿਗੁਰੂ ਇੱਕ ਵਾਰੀ ਛੁੱਟੜ ਕਰ ਦਿੰਦਾ ਹੈ। ਦਰ ਘਰ ਢੋਈ ਨਾ ਲਹੈ, ਛੂਟੀ ਦੂਜੈ ਸਾਧ। ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਭਾਈ ਜਿਹੜੀ ਐਸੀ ਜੀਵ ਰੂਪ ਇਸਤਰੀ ਹੈ ਉਹਨੂੰ ਵਾਹਿਗੁਰੂ ਦੇ ਦਰ ਘਰ ਦੇ ਵਿੱਚ ਕਿਧਰੇ ਵੀ ਢੋਈ ਨਹੀਂ ਪ੍ਰਾਪਤ ਹੋ ਸਕਦੀ। ਨਾ ਸਤਸੰਗਤ ਰੂਪੀ ਦਰ ਦੇ ਵਿੱਚ, ਨਾ ਦਰਗਾਹ ਦੇ ਘਰ ਦੇ ਵਿੱਚ ਉਸ ਨੂੰ ਢੋਈ ਮਿਲਦੀ ਹੈ। ਛੂਟੀ ਦੂਜੈ ਸਾਧ, ਕਿਉਂਕਿ ਵਾਹਿਗੁਰੂ ਨੂੰ ਛੱਡ ਕੇ ਜਿਹੜੇ ਹੋਰ ਦੂਜੇ ਸਵਾਦ ਨੇ, ਭਾਵ ਦੇਵੀ ਦੇਵਤਿਆਂ ਦੀ ਮਾਨ ਮਨੌਤ ਕਰਨੀ, ਮੜੀਆਂ ਮਸਾਣੀਆਂ ਨੂੰ ਮੰਨਣਾ ਪੂਜਣਾ, ਇਹ ਦੂਜਾ ਸਵਾਦ ਹੈ। ਔਰ ਦੂਜੇ ਸਵਾਦ ਵਿੱਚ ਲੱਗੀ ਹੋਣ ਕਰਕੇ ਛੂਟੀ, ਵੀ ਉਹ ਵਾਹਿਗੁਰੂ ਵੱਲੋਂ ਛੁੱਟੜ ਹੋ ਗਈ ਹੈ। ਪੰਡਤ ਵਾਚਹਿ ਪੋਥੀਆ, ਨਾ ਬੂਝੈ ਵਿਚਾਰ। ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਜਿਹੜੇ ਇਸ ਕਲਯੁਗ ਦੇ ਪੰਡਤ ਨੇ ਉਹਨਾਂ ਦੀ ਹਾਲਤ ਬਿਆਨ ਕਰਦੇ ਹਨ। ਜਿਹੜੇ ਬੜੇ ਬੜੇ ਵਿਦਵਾਨ ਨੇ ਉਹ ਭਾਈ ਪੋਥੀਆਂ ਪੜ੍ਹਦੇ ਨੇ, ਕਿਤਾਬਾਂ ਪੜ੍ਹਦੇ ਨੇ, ਧਰਮ ਗ੍ਰੰਥਾਂ ਨੂੰ ਵਾਚਦੇ ਨੇ, ਨਾ ਬੂਝੈ ਵਿਚਾਰ, ਜਿਹੜੀ ਅਸਲੀ ਪਰਮਾਰਥ ਦੀ ਵਿਚਾਰ ਹੈ ਉਹਨੂੰ ਬਿਲਕੁਲ ਨਹੀਂ ਸਮਝਦੇ। ਭਾਵ ਪੜ੍ਹਦੇ ਜ਼ਰੂਰ ਨੇ ਪਰ ਉਹਨਾਂ ਦੀ ਜਿਹੜੀ ਅਸਲੀ ਵਿਚਾਰ ਹੈ ਉਹਨੂੰ ਨਹੀਂ ਸਮਝਦੇ। ਅਨਕਾ ਮਤੀ ਦੇ ਚਲਹਿ, ਮਾਇਆ ਕਾ ਵਪਾਰ। ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਭਾਈ ਜਿਹੜੇ ਕਲਯੁਗੀ ਵਿਦਵਾਨ ਨੇ ਉਹ ਹੋਰਾਂ ਨੂੰ ਤਾਂ ਮੱਤਾਂ ਦਿੰਦੇ ਰਹਿੰਦੇ ਨੇ, ਬਈ ਤੁਸੀਂ ਆਹ ਕੰਮ ਨਹੀਂ ਕਰਨਾ, ਝੂਠ ਨਹੀਂ ਬੋਲਣਾ, ਸ਼ਰਾਬ ਨਹੀਂ ਪੀਣੀ, ਹੋਰ ਮਾੜੇ ਕੰਮ ਨਹੀਂ ਕਰਨੇ, ਹੋਰਾਂ ਨੂੰ ਮੱਤਾਂ ਦਿੰਦੇ ਨੇ, ਤੇ ਪਰ ਆਪ ਮਾਇਆ ਕਾ ਵਪਾਰ, ਮਾਇਆ ਦਾ ਹੀ ਵਪਾਰ ਕਰਦੇ ਨੇ। ਕੋਈ ਵੀ ਉਹਨਾਂ ਨੂੰ ਸੱਦ ਲੈਂਦਾ ਜੀ ਸਾਨੂੰ ਇੰਨੀ ਭੇਟਾ ਦਿਓ, ਇੰਨਾ ਚੜਾਵਾ ਦਿਓ, ਫਿਰ ਅਸੀਂ ਆਵਾਂਗੇ। ਇਉਂ ਹੋਰਾਂ ਨੂੰ ਮੱਤਾਂ ਦਿੰਦੇ ਨੇ ਤੇ ਆਪ ਮਾਇਆ ਦਾ ਵਪਾਰ ਕਰਦੇ ਹਨ। ਕਥਨੀ ਝੂਠੀ ਜਗ ਭਵੈ, ਰਹਿਣੀ ਸ਼ਬਦ ਸੋ ਸਾਰ। ਧੰਨ ਗੁਰੂ ਨਾਨਕ ਦੇ ਮਹਾਰਾਜ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਭਾਈ ਇਹ ਸੰਸਾਰ ਤੇ ਝੂਠੀ ਕਥਨੀ ਦੇ ਕਾਰਨ ਹੀ ਭਵੈ ਇੱਧਰ ਉੱਧਰ ਭਟਕਦਾ ਫਿਰ ਰਿਹਾ ਹੈ। ਰਹਿਣੀ ਸ਼ਬਦ ਸੋ ਸਾਰ, ਅਸਲੀ ਭਾਈ ਉਹ ਸ੍ਰੇਸ਼ਟ ਰਹਿਣੀ ਹੈ ਜੋ ਗੁਰੂ ਸ਼ਬਦ ਤੋਂ ਪ੍ਰਾਪਤ ਹੋਵੇ। ਭਾਵ ਜੋ ਗੁਰਬਾਣੀ ਦੁਆਰਾ ਸਾਨੂੰ ਗੁਰਮਤਿ ਦੀ ਰਹਿਣੀ ਦਾ ਉਪਦੇਸ਼ ਮਿਲਦਾ ਹੈ। ਗੁਰਸਿੱਖ ਮੀਤ ਚਲੋ ਗੁਰ ਚਾਲੀ, ਜੋ ਗੁਰ ਕਹੈ ਸੋਈ ਪਲ ਮੰਨਹੁ, ਹਰ ਹਰ ਕਥਾ ਨਿਰਾਲੀ। ਇਹ ਜਿਹੜੀ ਸਿੱਖਿਆ ਹੈ ਗੁਰ ਸਤਿਗੁਰ ਕਾ, ਜੋ ਸਿੱਖ ਅਖਾਏ ਸੋ ਪਲਕੇ ਉਠ ਹਰ ਨਾਮ ਤੇ ਆਵੈ। ਇਹ ਸ਼ਬਦ ਤੋਂ ਸ੍ਰੇਸ਼ਟ ਰਹਿਣੀ ਗੁਰਮਤਿ ਦੀ ਸਾਨੂੰ ਪ੍ਰਾਪਤ ਹੁੰਦੀ ਹੈ। ਇਸ ਲਈ ਉਹਨੂੰ ਧਾਰਨ ਕਰਕੇ ਹੀ ਸਾਡਾ ਜੀਵਨ ਸਫਲ ਹੋਣਾ ਹੈ। ਐਵੇਂ ਪੜ੍ਹ ਪੜ੍ਹ ਕੇ ਤੇ ਲੋਕਾਂ ਨੂੰ ਕਥਾ ਵਾਰਤਾ ਪ੍ਰਚਾਰ ਕਰ ਕਰਕੇ ਸੁਣਾ ਦੇਣਾ, ਇਹਦੇ ਨਾਲ ਕਦੇ ਮੁਕਤੀ ਨਹੀਂ ਪ੍ਰਾਪਤ ਹੋ ਸਕਦੀ। ਕੀਤੇ ਪੰਡਤ ਜੋਤ ਕੀ, ਬੇਦਾ ਕਰਹਿ ਵਿਚਾਰ। ਧੰਨ ਗੁਰੂ ਨਾਨਕ ਦੇ ਮਹਾਰਾਜ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਭਾਈ ਕਿੰਨੇ ਹੀ ਪੰਡਤ ਵਿਦਵਾਨ ਲੋਕ ਨੇ ਤੇ ਕਿੰਨੇ ਹੀ ਭਾਈ ਜੋਤਸ਼ੀ ਵੀ ਹਨ ਜਿਹੜੇ ਵੇਦਾਂ ਦੀ ਵਿਚਾਰ ਕਰਦੇ ਨੇ, ਕਿਉਂਕਿ ਵੇਦ ਦੇ ਖਟ ਅੰਗ ਮੰਨੇ ਹੋਏ ਨੇ। ਉਹਨਾਂ ਖਟ ਅੰਗਾਂ ਦੇ ਵਿੱਚ ਜੋਤਿਸ਼ ਦਾ ਵੀ ਨਾਂ ਆਉਂਦਾ ਹੈ, ਵਿਆਕਰਨ ਵੀ ਆਉਂਦਾ ਹੈ, ਹੋਰ ਵੀ ਕਈ ਉਹ ਅੰਗ ਨੇ। ਹਜ਼ੂਰ ਕਹਿੰਦੇ ਨੇ, ਭਾਈ ਜਿਹੜੇ ਬੜੇ ਬੜੇ ਪੰਡਤ ਵਿਦਵਾਨ ਨੇ ਤੇ ਜੋਤਸ਼ੀ ਨੇ ਉਹ ਵੇਦਾਂ ਦੀ ਵਿਚਾਰ ਕਰਦੇ ਹਨ। ਵਾਦ ਵਿਰੋਧ ਸਲਾਹਣੇ, ਵਾਦੇ ਆਵਣ ਜਾਣ। ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਭਾਈ ਫਿਰ ਜਿਹੜੇ ਪੰਡਤ ਲੋਕ ਨੇ ਆਪਸ ਵਿੱਚ ਬੈਠ ਕੇ ਵਾਦ ਚਰਚਾ ਵੀ ਕਰਦੇ ਨੇ ਤੇ ਵਿਰੋਧ, ਇੱਕ ਦੂਸਰੇ ਦਾ ਵਿਰੋਧ ਵੀ ਕਰਦੇ ਨੇ। ਉਹਨਾਂ ਦੀ ਦਲੀਲਾਂ ਦੀ ਲੜਾਈ ਹੁੰਦੀ ਹੈ ਤੇ ਸਲਾਹਣੇ, ਤੇ ਕਈ ਜਿਹੜੇ ਉਹਨਾਂ ਦੇ ਖੁਸ਼ਾਮਤੀ ਲੋਕ ਹੁੰਦੇ ਨੇ, ਜਦੋਂ ਕਿਸੇ ਦੀ ਗੱਲ ਨੂੰ ਕੱਟਦੇ ਨੇ, ਦਲੀਲ ਦੇ ਨਾਲ ਕਿਸੇ ਦੀ ਗੱਲ ਨੂੰ ਰੱਦ ਕਰਦੇ ਨੇ ਤੇ ਫਿਰ ਦੂਜੇ ਉਹਨਾਂ ਨੂੰ ਸਲਾਹੁੰਦੇ ਵੀ ਨੇ, ਝੂਠੀ ਸਲਾਹਤ ਕਰਦੇ ਨੇ। ਵਾਦੇ ਆਵਨ ਜਾਣ, ਪਰ ਹਜ਼ੂਰ ਕਹਿੰਦੇ ਭਾਈ ਜਿਹੜੇ ਇਸ ਤਰ੍ਹਾਂ ਵਾਦ ਵਿਵਾਦ ਦੇ ਵਿੱਚ ਪਏ ਹੋਏ ਨੇ ਨਾ ਵਿਦਵਾਨ, ਆਵਨ ਜਾਣ, ਉਹਨਾਂ ਦੇ ਸਿਰ ਤੇ ਆਉਣਾ ਜਾਣਾ ਹੀ ਆਵਾਗਮਨ ਹੀ ਪਿਆ ਰਹਿੰਦਾ ਹੈ। ਬਿਨ ਗੁਰ ਕਰਮ ਨ ਛੁੱਟ ਸੀ,
ਕਹਿ ਸੁਣ ਆਖ ਵਖਾਣ। ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਭਾਈ ਬਿਨਾਂ ਗੁਰੂ ਦੀ ਕਰਮ ਕਿਰਪਾ ਤੋਂ ਅਥਵਾ ਬਿਨਾਂ ਗੁਰੂ ਦੇ ਦੱਸੇ ਹੋਏ ਜਿਹੜੇ ਕਰਮ ਨੇ ਉਹਨਾਂ ਨੂੰ ਕਰਨ ਤੋਂ ਉਹ ਕਦੇ ਵੀ ਛੁਟਕਾਰਾ ਨਹੀਂ ਪ੍ਰਾਪਤ ਕਰ ਸਕਦੇ, ਚਾਹੇ ਕੋਈ ਕਿੰਨੇ ਵਿਦਵਾਨ ਨੇ, ਕਿੰਨੇ ਵੱਡੇ ਜੋਤਸ਼ੀ ਨੇ, ਪਰ ਬਿਨਾਂ ਗੁਰੂ ਦੇ ਦੱਸੇ ਹੋਏ ਜਿਹੜੇ ਕਰਮ ਨੇ ਔਰ ਉਹਨਾਂ ਨੂੰ ਕੀਤੇ ਤੋਂ ਬਿਨਾਂ ਉਹ ਛੁੱਟ ਨਹੀਂ ਸਕਦੇ। ਕਹਿ ਸੁਣ ਆਖ ਵਖਾਣ, ਚਾਹੇ ਕਿੰਨਾ ਵੀ ਕਹਿ ਲੈਣ, ਕਿੰਨਾ ਵੀ ਸੁਣ ਲੈਣ ਤੇ ਕਿੰਨਾ ਵੀ ਮੁਖ ਤੋਂ ਵਿਖਿਆਨ ਕਰ ਲੈਣ, ਪਰ ਬਿਨਾਂ ਗੁਰੂ ਦੇ ਦੱਸੇ ਜਿਹੜੇ ਕਰਮ ਨੇ ਉਹਨਾਂ ਨੂੰ ਸਿੱਖੀ ਦੇ ਕਰਮ ਕਰਨ ਤੋਂ ਬਿਨਾਂ ਛੁੱਟ ਨਹੀਂ ਸਕਦੇ। ਸਭ ਗੁਣਵੰਤੀ ਆਖੀਐ ਮੈਂ ਗੁਣ ਨਾਹੀ ਕੋਏ। ਧੰਨ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਕਿੰਨਾ ਸੁੰਦਰ ਉਪਦੇਸ਼ ਦੇ ਰਹੇ ਹਨ। ਸਭ ਗੁਣਵੰਤੀ ਆਖੀਐ, ਬਈ ਸਾਰੀਆਂ ਗੁਣਾਂ ਵਾਲੀਆਂ ਸਖੀਆਂ ਆਖੀਆਂ ਜਾਂਦੀਆਂ ਨੇ, ਜਿੰਨੇ ਵੀ ਵਾਹਿਗੁਰੂ ਦੇ ਪਿਆਰੇ ਨੇ ਇੱਕ ਦੂ ਇੱਕ ਚੜ੍ਹਾਉਂਦੀਆਂ, ਉਹ ਸਭ ਇੱਕ ਦੂਸਰੇ ਤੋਂ ਵੱਧ ਸੇਵਾ ਭਗਤੀ ਦੇ ਗੁਣਾਂ ਦੇ ਨਾਲ ਭਰਪੂਰ ਨੇ। ਮੈਂ ਗੁਣ ਨਾਹੀ ਕੋਈ, ਪਰ ਮੇਰੇ ਵਿੱਚ ਤਾਂ ਕੋਈ ਵੀ ਗੁਣ ਨਹੀਂ ਹੈ। ਹਰ ਵਰ ਨਾਰ ਸੁਹਾਵਣੀ ਮੈਂ ਭਾਵੈ ਪ੍ਰਭ ਸੋਏ। ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਹਰ ਵਾਰ ਨਾਰ ਸੁਹਾਵਣੀ, ਜਿਹੜੀ ਉਸ ਵਾਰ ਪਤੀ ਅਕਾਲ ਪੁਰਖ ਵਾਹਿਗੁਰੂ ਦੀ ਨਾਰ ਇਸਤਰੀ ਬਣ ਗਈ, ਉਹ ਸੁਹਾਵਣੀ ਹੈ। ਮੈਂ ਭਾਵੈ ਪ੍ਰਭ ਸੋਏ, ਮੈਂ ਵੀ ਚਾਹੁੰਦੀ ਹਾਂ ਕਿ ਮੈਨੂੰ ਵੀ ਉਹ ਮੇਰਾ ਮੈਂ ਭਾਵੈ ਪ੍ਰਭ ਸੋਏ, ਵੀ ਮੈਂ ਵੀ ਉਸ ਵਾਹਿਗੁਰੂ ਦੇ ਮਨ ਨੂੰ ਭਾ ਜਾਵਾਂ। ਮੈਂ ਵੀ ਚਾਹੁੰਦੀ ਹਾਂ, ਪਰ ਇਹ ਨਹੀਂ ਹੁਣ ਮੈਨੂੰ ਪਤਾ ਵੀ ਵਾਹਿਗੁਰੂ ਪਰਮੇਸ਼ਰ ਨੂੰ ਮੈਂ ਕਿਵੇਂ ਪਾ ਸਕਦੀ ਹਾਂ, ਕਿਵੇਂ ਪਸੰਦ ਆ ਸਕਦੀ ਹਾਂ। ਨਾਨਕ ਸ਼ਬਦ ਮਿਲਾਵੜਾ ਨਾਵੇ ਛੋੜਾ ਹੋਏ। ਧੰਨ ਗੁਰੂ ਨਾਨਕ ਦੇ ਮਹਾਰਾਜ ਸੱਚੇ ਪਾਤਸ਼ਾਹ ਅੰਤਲੀ ਪੰਕਤੀ ਵਿੱਚ ਫਰਮਾਉਂਦੇ ਨੇ, ਭਾਈ ਠੀਕ ਹੈ, ਜਿਸ ਜੀਵ ਦੇ ਮਨ ਦੇ ਵਿੱਚ ਇਹ ਇੱਛਾ ਹੋਵੇ ਕਿ ਮੈਂ ਉਸ ਪਰਮੇਸ਼ਰ ਪਤੀ ਨੂੰ ਪ੍ਰਾਪਤ ਕਰਨਾ ਹੈ, ਹਰ ਵਾਰ ਨਾਰ ਸੁਹਾਵਣੀ ਬਣਨਾ ਹੈ, ਤੇ ਫਿਰ ਉਹਨੂੰ ਗੁਰੂ ਦੀ ਸ਼ਰਨ ਵਿੱਚ ਜਾਣਾ ਚਾਹੀਦਾ ਤੇ ਗੁਰੂ ਕੇ ਸ਼ਬਦ ਦੁਆਰਾ ਹੀ ਮਿਲਾਵੜਾ ਪਰਮੇਸ਼ਰ ਪਤੀ ਨਾਲ ਮਿਲਾਪ ਹੁੰਦਾ ਹੈ। ਤੇ ਜਿਸ ਦਾ ਇੱਕ ਵਾਰੀ ਮਿਲਾਪ ਹੋ ਗਿਆ ਤੇ ਉਹ ਮਿਲਾਪ ਐਸਾ ਹੈ, ਨਾ ਵਿਛੋੜਾ ਹੋਏ, ਫਿਰ ਕਦੀ ਵਿਛੋੜਾ ਨਹੀਂ ਹੋਵੇਗਾ। ਜਦੋਂ ਇੱਕ ਵਾਰੀ ਵਾਹਿਗੁਰੂ ਦੇ ਨਾਲ ਮਿਲਾਪ ਹੋ ਜਾਂਦਾ ਹੈ, ਫਿਰ ਕਦੇ ਵਿਛੋੜਾ ਪੈਂਦਾ ਹੀ ਨਹੀਂ। ਸਤਿਗੁਰੂ ਮਹਾਰਾਜ ਨੇ ਇਸੇ ਲਈ ਤਾਂ ਪਾਣੀ ਦਾ ਦ੍ਰਿਸ਼ਟਾਂਤ ਦਿੱਤਾ ਹੈ, ਜਿਉਂ ਜਲ ਮਹਿ ਜਲ ਆਏ ਖਟਾਨਾ, ਤਿਉਂ ਜੋਤੀ ਸੰਗ ਜੋਤ ਸਮਾਨਾ, ਮਿਟ ਗਏ ਗਵਨ ਪਾਏ ਬਿਸਰਾਮ, ਨਾਨਕ ਪ੍ਰਭ ਕੈ ਸਦ ਕੁਰਬਾਨ। ਪਰ ਉਹ ਮਿਲਾਪ ਗੁਰੂ ਕੇ ਸ਼ਬਦ ਦੁਆਰਾ ਹੁੰਦਾ ਹੈ। ਇਸ ਲਈ ਗੁਰੂ ਦੀ ਸ਼ਰਨ ਤੇ ਗੁਰੂ ਦੀ ਸਿੱਖੀ ਧਾਰਨ ਕਰਕੇ ਤੇ ਗੁਰੂ ਦੇ ਬਖਸ਼ੇ ਨਾਮ ਤੇ ਬਾਣੀ ਦਾ ਅਭਿਆਸ ਕਰਕੇ ਉਸ ਵਾਹਿਗੁਰੂ ਦੇ ਨਾਲ ਭਈ ਮਿਲਾਪ ਹੁੰਦਾ ਹੈ। ਤੇ ਜਦੋਂ ਇੱਕ ਵਾਰੀ ਮਿਲਾਪ ਹੋ ਗਿਆ, ਫਿਰ ਕਦੀ ਵਿਛੋੜਾ ਤੇ ਹੋਣਾ ਹੀ ਨਹੀਂ। ਇਸ ਲਈ ਹਮੇਸ਼ਾ ਲਈ ਅਸੀਂ ਵਾਹਿਗੁਰੂ ਪਰਮੇਸ਼ਰ ਦੀਆਂ ਸੁਹਾਗਣਾ ਬਣ ਸਕਦੇ ਹਾਂ। ਇਹ ਐਸਾ ਪਾਵਨ ਪਵਿੱਤਰ ਉਪਦੇਸ਼ ਸਤਿਗੁਰੂ ਨੇ ਸਾਨੂੰ ਬਖਸ਼ਿਆ ਹੈ, ਆਪਾਂ ਸੁਣਿਆ, ਇਹਨੂੰ ਮਨ ਵਿੱਚ ਵਸਾਈਏ, ਇਹਦੇ ਨਾਲ ਸਾਡੇ ਜੀਵਨ ਦੀ ਸਫਲਤਾ ਹੋਵੇਗੀ। ਸਭ ਸੰਗਤਾਂ ਦਾ ਹਾਰਦਿਕ ਧੰਨਵਾਦ। ਹੋਈਆਂ ਭੁੱਲਾਂ ਚੁੱਕਾਂ ਲਈ ਖਿਮਾ ਕਰਨਾ। ਹਰ ਵਾਰ ਨਾਰ ਸੁਹਾਵਣੀ ਮੈਂ ਭਾਵੈ ਪ੍ਰਭ ਸੋਏ, ਨਾਨਕ ਸ਼ਬਦ ਮਿਲਾਵੜਾ ਨਾਵੇ ਛੋੜਾ ਹੋਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।